ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਸਾਹਿਤਮਾਲਾ ਪੁਸਤਕ ਵਿੱਚ ਦਰਜ ਆਧੁਨਿਕ ਕਾਵਿ ਦੇ ਕਵੀ ਬਾਵਾ ਬਲਵੰਤ ਦੀਆਂ 2 ਕਵਿਤਾਵਾਂ ਕੋਸ਼ਿਸ਼ 'ਚ ਹਾਂ ਅਤੇ ਦੇਸ਼ ਬਾਰੇ ਗੱਲਬਾਤ ਕਰਾਂਗੇ। ਬਾਵਾ ਬਲਵੰਤ ਦਾ ਜਨਮ ਅਗਸਤ 1915 ਈਸਵੀ ਨੂੰ ਪਿਤਾ ਸ੍ਰੀ ਠਾਕੁਰ ਦੀਨਾਨਾਥ ਅਤੇ ਮਾਤਾ ਗਿਆਨ ਦੇਵੀ ਦੇ ਘਰ ਪਿੰਡ ਨੇਸ਼ਟਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਆਪ ਨੇ ਆਪਣੀ ਕਵਿਤਾ ਵਿੱਚ ਨਿੱਜੀ ਪਿਆਰ ਦੀ ਥਾਂ ਲੋਕ ਪੀੜ ਨੂੰ ਪ੍ਰਧਾਨਤਾ ਦਿੱਤੀ। ਆਪ ਨੇ ਪੰਜਾਬੀ ਕਵਿਤਾ ਨੂੰ ਮਹਾਨਾਚ, ਜਵਾਲਾਮੁਖੀ, ਅਮਰ ਗੀਤ, ਬੰਦਰਗਾਹ ਅਤੇ ਸੁਗੰਧ ਸਮੀਰ ਕਾਵਿ ਸੰਗ੍ਰਹਿ ਦਿੱਤੇ। ਕਿਸ ਤਰ੍ਹਾਂ ਦੇ ਨਾਚ ਲਿਖ ਕੇ ਆਪ ਨੇ ਪੰਜਾਬੀ ਵਾਰਤਕ ਵਿੱਚ ਵੀ ਚੰਗਾ ਹਿੱਸਾ ਪਾਇਆ। ਆਪ ਜੀ ਦਾ ਦੇਹਾਂਤ 24 ਜੂਨ 1972 ਈਸਵੀ ਨੂੰ ਹੋਇਆ। ਬਾਵਾ ਬਲਵੰਤ ਦੀ ਪਹਿਲੀ ਕਵਿਤਾ ਦਾ ਨਾਂ ਹੈ ਕੋਸ਼ਿਸ਼ 'ਚ ਹਾਂ। ਇਸ ਕਵਿਤਾ ਵਿੱਚ ਕਵੀ ਨੇ ਆਪਣੇ ਨਿਸ਼ਾਨੇ ਵੱਲ ਨੂੰ ਇੱਕ ਨਵੇਂ ਢੰਗ ਨਾਲ ਜਾਣ ਦਾ ਇਸ਼ਾਰਾ ਕੀਤਾ ਹੈ। ਭਾਵ ਬਾਵਾ ਬਲਵੰਤ ਜ਼ਿੰਦਗੀ ਦੇ ਨਵੇਂ ਪਹਿਲੂਆਂ ਉੱਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਵਿਤਾ ਹੈ, ਲਕਸ਼ ਦੇ ਵੱਲ ਜਾਣ ਦੀ ਕੋਸ਼ਿਸ਼ 'ਚ ਹਾਂ, ਅਸਲਿਆਂ ਨੂੰ ਪਾਣ ਦੀ ਕੋਸ਼ਿਸ਼ 'ਚ ਹਾਂ, ਹਰ ਪੁਰਾਣੇ ਵਹਿਮ ਤੋਂ ਹੋਵੇਗਾ ਸਾਫ਼, ਮੈਂ ਨਵੇਂ ਇਨਸਾਨ ਦੀ ਕੋਸ਼ਿਸ਼ 'ਚ ਹਾਂ, ਜ਼ਿੰਦਗੀ ਦੇ ਪਹਿਲੂਆਂ 'ਤੇ ਰੋਸ਼ਨੀ, ਰੁੱਖ ਨਵੇਂ ਤੋਂ ਪਾਣ ਦੀ ਕੋਸ਼ਿਸ਼ 'ਚ ਹਾਂ। ਲਕਸ਼ ਸ਼ਬਦ ਦਾ ਅਰਥ ਹੈ ਨਿਸ਼ਾਨਾ, ਟੀਚਾ ਜਾਂ ਉਦੇਸ਼। ਅਸਲਿਆਂ ਨੂੰ ਭਾਵ ਅਸਲੀਅਤਾਂ ਨੂੰ ਜਾਂ ਸੱਚਾਈਆਂ ਨੂੰ ਜਾਂ ਹਕੀਕਤਾਂ ਨੂੰ। ਪਾਣ ਸ਼ਬਦ ਦਾ ਅਰਥ ਹੈ ਪਾਉਣ। ਪਹਿਲੂਆਂ ਸ਼ਬਦ ਦਾ ਅਰਥ ਹੈ ਪੱਖਾਂ 'ਤੇ। ਰੁੱਖ ਸ਼ਬਦ ਦਾ ਅਰਥ ਹੈ ਢੰਗ ਜਾਂ ਤਰੀਕੇ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਲਕਸ਼ ਤੈਅ ਕੀਤਾ ਹੈ ਅਤੇ ਮੈਂ ਉਸ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜ਼ਿੰਦਗੀ ਦੀ ਅਸਲੀਅਤ ਕੀ ਹੈ, ਇਸ ਨੂੰ ਜਾਣਨ ਲਈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਮੈਂ ਭਰਪੂਰ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਇਹੋ ਜਿਹੇ ਨਵੇਂ ਇਨਸਾਨ ਭਾਵ ਨਵੀਂ ਸੋਚ ਵਾਲੇ ਇਨਸਾਨ ਦੀ ਖੋਜ ਵਿੱਚ ਹਾਂ ਜੋ ਹਰ ਪੁਰਾਣੇ ਵਹਿਮ ਭਰਮ ਤੋਂ ਸਾਫ਼ ਹੋਵੇ, ਭਾਵ ਜਿਸ ਦੇ ਮਨ ਵਿੱਚ ਜਾਤ ਪਾਤ, ਧਰਮ ਆਦਿ ਦੇ ਵਿਤਕਰੇ ਦੀ ਥਾਂ ਉੱਚੀ ਸੋਚਣੀ ਸਮਝਣੀ ਹੋਵੇ। ਮੈਂ ਜ਼ਿੰਦਗੀ ਦੇ ਹਰ ਇੱਕ ਪੱਖ ਉੱਤੇ ਇੱਕ ਨਵੇਂ ਢੰਗ ਨਾਲ ਰੋਸ਼ਨੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਭਾਵ ਮੈਂ ਜ਼ਿੰਦਗੀ ਨੂੰ ਬਹੁਤ ਹੀ ਨੇੜਿਓਂ ਸਮਝਣ ਦੀ ਕੋਸ਼ਿਸ਼ ਵਿੱਚ ਹਾਂ। ਜਿਸ 'ਚ ਆ ਜਾਏ ਮਨੁੱਖਤਾ ਦਾ ਅਸਰ, ਐਸੇ ਇੱਕ ਦੀਵਾਨ ਦੀ ਕੋਸ਼ਿਸ਼ 'ਚ ਹਾਂ, ਇਸ ਲਈ ਖਾਂਦਾ ਹਾਂ ਦਰ ਦਰ ਠੋਕਰਾਂ, ਜ਼ਿੰਦਗੀ ਨੂੰ ਪਾਣ ਦੀ ਕੋਸ਼ਿਸ਼ 'ਚ ਹਾਂ, ਜਾਣੇ ਕੀ ਨਫ਼ਰਤ ਕਿ ਮੈਂ ਕਿਸ ਦੇ ਲਈ ਹੋਰ ਵੀ ਨੁਕਸਾਨ ਦੀ ਕੋਸ਼ਿਸ਼ 'ਚ ਹਾਂ।
ਮਨੁੱਖਤਾ ਸ਼ਬਦ ਦਾ ਅਰਥ ਹੈ ਇਨਸਾਨੀਅਤ। ਦੀਵਾਨ ਸ਼ਬਦ ਦਾ ਅਰਥ ਹੈ ਇਕੱਠ ਜਾਂ ਸਮੂਹ ਜਾਂ ਦਰਬਾਰ। ਪਾਣ ਸ਼ਬਦ ਦਾ ਅਰਥ ਹੈ ਪਾਉਣ ਜਾਂ ਹਾਸਿਲ ਕਰਨਾ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਮੈਂ ਇੱਕ ਐਸੇ ਇਕੱਠ ਦੀ ਕੋਸ਼ਿਸ਼ ਵਿੱਚ ਹਾਂ ਜਿਸ ਦੇ ਅੰਦਰ ਸਾਰੀ ਮਨੁੱਖਤਾ ਦਾ ਅਸਰ ਆ ਜਾਵੇ। ਲੋਕ ਸਾਰੇ ਭੇਦ ਭਾਵ ਭੁਲਾ ਕੇ ਮਨੁੱਖਤਾ ਨਾਲ ਪਿਆਰ ਦੀ ਸਾਂਝ ਪਾ ਕੇ ਇੱਕ ਇਕੱਠ ਦੇ ਰੂਪ ਵਿੱਚ ਅਗਾਂਹ ਵਧਣ। ਜ਼ਿੰਦਗੀ ਨੂੰ ਸਮਝਣ ਅਤੇ ਉਸ ਨੂੰ ਪਾਉਣ ਦੀ ਕੋਸ਼ਿਸ਼ ਵਿੱਚ ਮੈਂ ਦਰ ਦਰ 'ਤੇ ਠੋਕਰਾਂ ਖਾਂਦਾ ਫਿਰਦਾ ਹਾਂ ਤਾਂ ਜੋ ਮੈਨੂੰ ਜ਼ਿੰਦਗੀ ਦਾ ਸਹੀ ਮਤਲਬ ਸਮਝ ਆ ਸਕੇ। ਜਿਸ ਤੋਂ ਰਹੇ ਜੀਵਨ ਦੀ ਕੁਟੀਆ ਆਬਾਦ, ਐਸੇ ਇੱਕ ਮਹਿਮਾਨ ਦੀ ਕੋਸ਼ਿਸ਼ 'ਚ ਹਾਂ। ਹਰ ਸਮੇਂ ਦੇ ਨਾਲ ਵੱਧਦੀ ਜ਼ਿੰਦਗੀ ਆਖੇ ਨਵ ਸਾਮਾਨ ਦੀ ਕੋਸ਼ਿਸ਼ 'ਚ ਹਾਂ। ਹੁਨਰ ਤੇ ਸਿਹਤ ਦੇ ਪੁਤਲੇ ਆਦਮੀ ਤੇਰੇ ਸੋਲੇ ਗਾਣ ਦੀ ਕੋਸ਼ਿਸ਼ 'ਚ ਹਾਂ। ਕੁਟੀਆ ਸ਼ਬਦ ਦਾ ਅਰਥ ਹੈ ਨਿੱਕਾ ਜਿਹਾ ਘਰ। ਹੁਨਰ ਸ਼ਬਦ ਦਾ ਅਰਥ ਹੈ ਕਾਰੀਗਰੀ। ਪੁਤਲੇ ਸ਼ਬਦ ਦਾ ਅਰਥ ਹੈ ਬਿਨਾਂ ਜਾਨ ਤੋਂ ਬਣਿਆ ਢਾਂਚਾ। ਸੋਲੇ ਸ਼ਬਦ ਦਾ ਅਰਥ ਹੈ ਗੁਣ ਜਾਂ ਪ੍ਰਸ਼ੰਸਾ ਦੇ ਗੀਤ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਮੈਂ ਇੱਕ ਅਜਿਹੇ ਮਹਿਮਾਨ ਦੀ ਕੋਸ਼ਿਸ਼ ਵਿੱਚ ਹਾਂ ਜਿਸ ਦੇ ਆਉਣ ਨਾਲ ਜੀਵਨ ਦੀ ਇਹ ਕੁਟੀਆ ਹਮੇਸ਼ਾ ਆਬਾਦ ਹੋ ਜਾਵੇ ਅਤੇ ਜਿਸ ਦੇ ਆਉਣ ਨਾਲ ਮੇਰੇ ਘਰ ਵਿੱਚ ਰੌਣਕਾਂ ਦਾ ਵਾਸਾ ਹੋ ਜਾਵੇ। ਸਮੇਂ ਦੇ ਚੱਲਦੇ ਰਹਿਣ ਦੇ ਨਾਲ ਨਾਲ ਜ਼ਿੰਦਗੀ ਵੀ ਵੱਧਦੀ ਜਾਂਦੀ ਹੈ, ਭਾਵ ਉਸ ਦੇ ਵਿੱਚ ਰਵਾਨਗੀ ਆਉਂਦੀ ਹੈ। ਜ਼ਿੰਦਗੀ ਕਹਿ ਰਹੀ ਹੈ ਕਿ ਮੈਂ ਨਵੇਂ ਸਮਾਨ ਦੀ ਕੋਸ਼ਿਸ਼ ਦੇ ਵਿੱਚ ਹਾਂ। ਕਵੀ ਬਾਵਾ ਬਲਵੰਤ ਕਹਿੰਦੇ ਹਨ, ਹੇ ਇਨਸਾਨ, ਤੇਰੇ ਵਿੱਚ ਅਜਿਹੀ ਕਲਾ ਅਤੇ ਤਾਕਤ ਹੈ ਜਿਸ ਦੇ ਨਾਲ ਤੂੰ ਹਰ ਕੰਮ ਸੰਭਵ ਬਣਾ ਸਕਦਾ ਹੈ। ਤੇਰੇ ਹੀ ਗੁਣ ਗਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ। ਤੇਰੇ ਗੁਣਾਂ, ਕਾਰੀਗਰੀ ਅਤੇ ਤਾਕਤ ਨੂੰ ਵਡਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਸੀ ਬਾਵਾ ਬਲਵੰਤ ਦੀ ਪਹਿਲੀ ਕਵਿਤਾ ਕੋਸ਼ਿਸ਼ 'ਚ ਹਾਂ। ਇਸ ਕਵਿਤਾ ਦਾ ਕੇਂਦਰੀ ਜਾਂ ਅੰਤਰੀਵ ਭਾਵ ਇਹ ਹੈ ਕਿ ਇਸ ਕਵਿਤਾ ਵਿੱਚ ਆਪਣੇ ਨਿਸ਼ਾਨੇ ਵੱਲ ਇੱਕ ਨਵੇਂ ਢੰਗ ਨਾਲ ਜਾਣ ਦਾ ਇਸ਼ਾਰਾ ਕੀਤਾ ਗਿਆ ਹੈ, ਜਿਸ ਵਿੱਚ ਨਵਾਂ ਇਨਸਾਨ ਪੁਰਾਣੇ ਸਾਰੇ ਵਹਿਮ ਭਰਮ ਨਫ਼ਰਤਾਂ ਭੁਲਾ ਕੇ ਇੱਕ ਚੰਗਾ ਅਤੇ ਵਧੀਆ ਆਦਮੀ ਬਣ ਸਕੇ। ਬਾਵਾ ਬਲਵੰਤ ਦੀ 9ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਦੂਸਰੀ ਕਵਿਤਾ ਦਾ ਨਾਂ ਹੈ ਦੇਸ। ਇਸ ਕਵਿਤਾ ਵਿੱਚ ਕਵੀ ਬਾਵਾ ਬਲਵੰਤ ਨੇ ਕਿਹਾ ਹੈ ਕਿ ਜਿਹੜੇ ਦੇਸ਼ ਦੇ ਕਿਸਾਨ ਖੇਤਾਂ ਵਿੱਚ ਮਿਹਨਤ ਕਰਕੇ ਅਤੇ ਜਵਾਨ ਰਾਖੇ ਦੇਸ਼ ਦੀ ਰਾਖੀ ਕਰਦਿਆਂ ਹੋਇਆਂ ਆਪ ਤਰੱਕੀ ਕਰਦੇ ਹਨ, ਅਜਿਹਾ ਦੇਸ਼ ਸਵਰਗ ਦੇ ਸਮਾਨ ਮਹਾਨ ਹੁੰਦਾ ਹੈ। ਕਵਿਤਾ ਹੈ, ਉਹ ਹੈ ਦੇਸ਼ ਮਹਾਨ ਜੋ ਆਪਣੇ ਵੇਲੇ ਸਿਰ ਬੀਜੇ ਵਾਹੇ ਖੇਤ, ਸੁੰਨ ਮਸਾਨ ਉਜਾੜਾ ਫੇਰ ਬਣਾਏ ਖੇਤ, ਮਿੱਠੇ ਅਤ ਮਿੱਠੇ ਗੀਤਾਂ ਦੀ ਛਾਂ ਹੇਠਾਂ, ਹੱਲ ਦੀ ਨੋਕ ਤੋਂ ਬਦਲੇ ਕਲਰਾਂ ਦੀ ਤਸਵੀਰ, ਮਿਹਨਤ ਤੋਂ ਆਪਣੀ ਬਦਲੇ ਆਪਣੀ ਤਕਦੀਰ, ਹੋਵੇ ਮਿਹਨਤ ਦਾ ਪੁਤਲਾ ਹਰ ਜੀਵ ਕਿਸਾਨ, ਉਹ ਹੈ ਦੇਸ਼ ਮਹਾਨ। ਸੁੰਨ ਮਸਾਨ ਦਾ ਅਰਥ ਹੈ ਇਕਾਂਤ। ਨੋਕ ਸ਼ਬਦ ਦਾ ਅਰਥ ਹੈ ਸਿਰਾ। ਕੱਲਰ ਸ਼ਬਦ ਦਾ ਅਰਥ ਹੈ ਸ਼ੋਰੇ ਵਾਲੀ ਧਰਤੀ ਜਾਂ ਬੰਜਰ ਜ਼ਮੀਨ।
ਤਕਦੀਰ ਸ਼ਬਦ ਦਾ ਅਰਥ ਹੈ ਕਿਸਮਤ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਉਹ ਦੇਸ਼ ਮਹਾਨ ਹੈ ਜਿਸ ਦਾ ਕਿਸਾਨ ਬੇਆਬਾਦ ਸੁੰਨੇ ਪਏ ਹੋਏ ਉਜਾੜਾਂ ਨੂੰ ਪੱਧਰਾ ਕਰਕੇ ਖੇਤ ਬਣਾ ਕੇ ਫਸਲਾਂ ਦੀ ਬਿਜਾਈ ਸਮੇਂ ਸਿਰ ਕਰਦਾ ਹੈ। ਖੇਤਾਂ ਨੂੰ ਸਮੇਂ ਸਿਰ ਵਾਹ ਕੇ ਉਸ ਵਿੱਚ ਬੀਜ ਬੀਜਦਾ ਹੈ। ਮਿੱਠੇ ਮਿੱਠੇ ਗੀਤ ਗਾਉਂਦਿਆਂ ਹੋਇਆਂ ਉਹਨਾਂ ਗੀਤਾਂ ਦੀ ਛਾਂ ਹੇਠ ਉਹ ਕੰਮ ਕਰਦਾ ਹੈ। ਉਹ ਆਪਣੇ ਹੱਲ ਦੇ ਨਾਲ ਕਲਰਾਂ ਭਰੀ ਜ਼ਮੀਨ ਨੂੰ ਵੀ ਵਾਹੀਯੋਗ ਬਣਾ ਕੇ ਉਸ ਦੀ ਤਸਵੀਰ ਨੂੰ ਬਦਲ ਦਿੰਦਾ ਹੈ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਕਿਸਾਨ ਬਹੁਤ ਹੀ ਮਿਹਨਤੀ ਹੈ। ਸਖਤ ਮਿਹਨਤ ਦੇ ਸਦਕਾ ਉਸਨੇ ਆਪਣੀ ਤਕਦੀਰ ਬਦਲ ਲਈ ਹੈ। ਜਿਸ ਦੇਸ਼ ਦਾ ਕਿਸਾਨ ਮਿਹਨਤ ਕਰਕੇ ਆਪਣੀ ਤਕਦੀਰ ਬਦਲਣ ਵਾਲਾ ਹੋਵੇ ਉਹ ਦੇਸ਼ ਮਹਾਨ ਹੁੰਦਾ ਹੈ। ਦਿਲ ਵਿੱਚ ਹਰ ਦਾਣੇ ਦਾ ਹੋਵੇ ਪਿਆਰ ਅਪਾਰ, ਤਾਰੇ ਡੁੱਬਣ ਤੋਂ ਪਹਿਲਾਂ ਪਹਿਲਾਂ ਜਲ ਧਾਰ, ਹਰਿਆਂ ਖੇਤਾਂ ਦੇ ਵਿੱਚ ਦਰਪਣ ਰੂਪ ਫਿਰੇ, ਖੁਸ਼ ਹੋਵਣ ਫਸਲਾਂ ਆਪਣੀ ਹੀ ਸੂਰਤ ਤੇ, ਹੀਰੇ ਵਾਂਗ ਹੋਵਣ ਘਰ ਅੰਦਰੋਂ ਬਾਹਰੋਂ ਸਾਫ਼, ਇੱਕ ਦੂਜੇ ਦੀ ਗਲਤੀ ਨੂੰ ਕਰ ਦੇਵਣ ਮਾਫ਼, ਜੇ ਖੇਤ ਦੇ ਰਾਖੇ ਐਸੇ ਹੋਣ ਜਵਾਨ ਤਾਂ ਹੈ ਦੇਸ਼ ਮਹਾਨ। ਅਪਾਰ ਸ਼ਬਦ ਦਾ ਅਰਥ ਹੈ ਬੇਸ਼ੁਮਾਰ, ਭਾਵ ਬਹੁਤ ਜ਼ਿਆਦਾ। ਦਰਪਣ ਸ਼ਬਦ ਦਾ ਅਰਥ ਹੈ ਸ਼ੀਸ਼ਾ। ਸੂਰਤ ਸ਼ਬਦ ਦਾ ਅਰਥ ਹੈ ਸ਼ਕਲ। ਰਾਖੇ ਸ਼ਬਦ ਦਾ ਅਰਥ ਹੈ ਰਖਵਾਲੇ ਜਾਂ ਰਾਖੀ ਕਰਨ ਵਾਲੇ। ਇਹਨਾਂ ਸਤਰਾਂ ਵਿੱਚ ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਉਹ ਦੇਸ਼ ਮਹਾਨ ਹੈ ਜਿਸ ਦੇਸ਼ ਦੇ ਰਾਖੇ ਮਿਹਨਤ ਕਰਕੇ ਆਪਣੇ ਦੇਸ਼ ਦੀ ਤਕਦੀਰ ਨੂੰ ਬਦਲਣਾ ਜਾਣਦੇ ਹੋਣ ਅਤੇ ਇੱਕ ਦੂਸਰੇ ਦੀ ਗਲਤੀ ਨੂੰ ਮੁਆਫ਼ ਕਰਨਾ ਜਾਣਦੇ ਹੋਣ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਦਿਲਾਂ ਦੇ ਵਿੱਚ ਹਰ ਦਾਣੇ ਲਈ ਭਰਪੂਰ ਪਿਆਰ ਹੋਣਾ ਚਾਹੀਦਾ ਹੈ, ਭਾਵ ਅੰਨ ਦੀ ਕਦਰ ਹੋਣੀ ਚਾਹੀਦੀ ਹੈ। ਤਾਰੇ ਡੁੱਬਣ ਤੋਂ ਪਹਿਲਾਂ, ਭਾਵ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਖੇਤਾਂ ਦੇ ਵਿੱਚ ਪਾਣੀ ਲਗਾਇਆ ਜਾਵੇ, ਜਿਸ ਨਾਲ ਹਰਿਆਵਲੇ ਖੇਤਾਂ ਦੇ ਵਿੱਚ ਸ਼ੀਸ਼ੇ ਦੇ ਵਾਂਗ ਪਾਣੀ ਚਮਕਦਾ ਫਿਰੇ। ਆਪਣੀ ਖੁਦ ਦੀ ਹਰਿਆਵਲ ਦੇਖ ਕੇ ਫਸਲਾਂ ਨੂੰ ਖੁਦ ਉੱਪਰ ਚਾਅ ਚੜ੍ਹ ਜਾਵੇ। ਲੋਕਾਂ ਦੇ ਦਿਲ ਅੰਦਰੋਂ ਅਤੇ ਬਾਹਰੋਂ ਹੀਰੇ ਦੇ ਰੰਗ ਵਾਂਗ ਪਾਰਦਰਸ਼ੀ, ਭਾਵ ਇੱਕਦਮ ਸਾਫ਼ ਪਵਿੱਤਰ ਹੋਣ। ਜਿਨ੍ਹਾਂ ਦੇ ਅੰਦਰੋਂ ਬਾਹਰੋਂ ਸਭ ਕੁਝ ਸਾਫ਼ ਸਾਫ਼ ਝਲਕਦਾ ਹੋਵੇ, ਉਹਨਾਂ ਦੇ ਦਿਲਾਂ ਅੰਦਰ ਕਿਸੇ ਵੀ ਕਿਸਮ ਦਾ ਵਿਤਕਰਾ ਜਾਂ ਨਫ਼ਰਤ ਨਾ ਹੋਵੇ। ਉਹਨਾਂ ਨੂੰ ਇੱਕ ਦੂਸਰੇ ਦੀ ਗਲਤੀ ਨੂੰ ਮੁਆਫ਼ ਕਰਨਾ ਆਉਂਦਾ ਹੋਵੇ। ਜੇਕਰ ਇਸ ਤਰ੍ਹਾਂ ਦੇ ਖੇਤ ਦੇ ਰਾਖੇ ਅਜਿਹੇ ਮਿਹਨਤੀ ਜਵਾਨ ਹੋਣਗੇ ਤਾਂ ਉਹ ਦੇਸ਼ ਇੱਕ ਮਹਾਨ ਦੇਸ਼ ਹੋਵੇਗਾ। ਕੱਚੇ ਖੇਤ ਨਾ ਹੋਵਣ ਜਿਸ ਦੇ ਰੋਜ਼ ਨਿਲਾਮ, ਸੂਦ ਦੀਆਂ ਲੀਕਾਂ ਦੇ ਜੋ ਨਾ ਹੋਣ ਗੁਲਾਮ, ਜਿਸ ਨੂੰ ਹੋਸ਼ ਰਹੇ ਕੱਲ ਪੈ ਸਕਦਾ ਏ ਕਾਲ, ਜਿਸ ਦੀ ਅਣਖ ਤੁਰੇਗੀ ਆਪਣਾ ਆਪ ਸੰਭਾਲ, ਉਹ ਹੈ ਦੇਸ਼ ਮਹਾਨ, ਉਹ ਹੈ ਸਵਰਗ ਸਮਾਨ। ਨਿਲਾਮ ਸ਼ਬਦ ਦਾ ਅਰਥ ਹੈ ਬੋਲੀ ਲੱਗਣੀ ਜਾਂ ਵੇਚਣਾ। ਸੂਦ ਸ਼ਬਦ ਦਾ ਅਰਥ ਹੈ ਵਿਆਜ। ਲੀਕਾਂ ਸ਼ਬਦ ਦਾ ਅਰਥ ਹੈ ਲਿਖਤਾਂ। ਗੁਲਾਮ ਸ਼ਬਦ ਦਾ ਅਰਥ ਹੈ ਹੁਕਮ ਮੰਨਣ ਵਾਲਾ। ਕਾਲ ਸ਼ਬਦ ਦਾ ਅਰਥ ਹੈ ਸੰਕਟ। ਅਣਖ
ਸ਼ਬਦ ਦਾ ਅਰਥ ਹੈ ਗੈਰਤ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਉਹ ਦੇਸ਼ ਮਹਾਨ ਹੈ ਜਿਸ ਦੇ ਕਿਸਾਨ ਦੇ ਕੱਚੀਆਂ ਫਸਲਾਂ ਨਾਲ ਲੱਦੇ ਹੋਏ ਖੇਤ ਨਿਲਾਮ ਨਾ ਹੋਣ, ਕਿਸਾਨ ਦੇ ਸਿਰ ਦੇ ਉੱਤੇ ਕੋਈ ਵਿਆਜ ਦਾ ਕਰਜ਼ਾ ਨਾ ਹੋਵੇ, ਮਨ ਦੇ ਵਿੱਚ ਇਹ ਡਰ ਨਾ ਹੋਵੇ ਕਿ ਸ਼ਾਹੂਕਾਰ ਦਾ ਵਿਆਜ ਅਤੇ ਕਰਜ਼ੇ ਦੀਆਂ ਕਿਸ਼ਤਾਂ ਦੇਣ ਵਾਲੀਆਂ ਹਨ। ਉਹ ਦੇਸ਼ ਜਿਸ ਨੂੰ ਇਸ ਗੱਲ ਦੀ ਹੋਸ਼ ਰਹੇ ਕਿ ਆਉਣ ਵਾਲੇ ਕੱਲ੍ਹ ਦੇ ਸਮੇਂ ਵਿੱਚ ਕਾਲ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ, ਜਿਸ ਲਈ ਉਹ ਅਨਾਜ ਦਾ ਭੰਡਾਰ ਕਰਕੇ ਰੱਖੇ। ਜਿਸ ਦੇਸ਼ ਦੀ ਅਣਖ ਭਾਵ ਗੱਭਰੂ ਆਪਣਾ ਆਪ ਸੰਭਾਲ ਕੇ ਤੁਰਨ, ਭਾਵ ਜੋ ਦੇਸ਼ ਭਵਿੱਖ ਵਿੱਚ ਪੈਦਾ ਹੋਣ ਵਾਲੀਆਂ ਮੁਸੀਬਤਾਂ ਨੂੰ ਪਹਿਲਾਂ ਹੀ ਸੋਚ ਕੇ ਤੁਰੇ, ਉਹ ਦੇਸ਼ ਮਹਾਨ ਹੈ ਅਤੇ ਉਹ ਸਵਰਗ ਦੇ ਸਮਾਨ ਹੈ। ਹਮਸਾਏ ਦੇਸਾਂ ਤੇ ਜਿਸ ਥਾਂ ਦੇ ਬਲਵਾਨ, ਨਸਲ ਦੀਆਂ ਗਾਰਾਂ ਚੋਂ ਲਿਸ਼ਕਣ ਨਾ ਅਪਮਾਨ, ਆਪਣੇ ਹੱਕਾਂ ਨੂੰ ਜੋ ਖੋਹਣ ਨਾ ਦੇਵਣ ਵੀਰ, ਹਮਸਾਇਆਂ ਨੂੰ ਉੱਡਦੇ ਦੇਖ ਨਾ ਮਾਰਨ ਤੀਰ, ਸਹਿਣਾ ਜ਼ੁਲਮ ਵੀ ਹੋਵੇ ਜਿਸ ਦੀ ਸਮਝ 'ਚ ਪਾਪ, ਕੋਈ ਦੂਸਰਿਆਂ ਤੇ ਜ਼ੁਲਮ ਕਰੇ ਨਾ ਆਪ। ਹਮਸਾਏ ਸ਼ਬਦ ਦਾ ਅਰਥ ਹੈ ਦੋਸਤ ਜਾਂ ਮਿੱਤਰ ਜਾਂ ਗੁਆਂਢੀ। ਬਲਵਾਨ ਸ਼ਬਦ ਦਾ ਅਰਥ ਹੈ ਤਾਕਤਵਰ। ਨਸਲ ਸ਼ਬਦ ਦਾ ਅਰਥ ਹੈ ਜਾਤ ਪਾਤ ਜਾਂ ਰੰਗ ਆਦਿ ਦਾ ਭੇਦਭਾਵ। ਅਪਮਾਨ ਸ਼ਬਦ ਦਾ ਅਰਥ ਹੈ ਨਿਰਾਦਰ। ਜ਼ੁਲਮ ਸ਼ਬਦ ਦਾ ਅਰਥ ਹੈ ਅਤਿਆਚਾਰ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਜਿਸ ਦੇਸ਼ ਦੇ ਤਾਕਤਵਰ ਲੋਕ ਆਪਣੇ ਗੁਆਂਢੀ ਦੇਸ਼ਾਂ ਨਾਲ ਜਾਤ ਪਾਤ, ਨਸਲ ਆਦਿ ਦਾ ਭੇਦਭਾਵ ਨਾ ਕਰਦੇ ਹੋਣ, ਆਪਣੇ ਹੱਕਾਂ ਦੀ ਰਾਖੀ ਕਰਦੇ ਹੋਣ, ਭਾਵ ਆਪਣੇ ਹੱਕਾਂ ਨੂੰ ਕਿਸੇ ਨੂੰ ਖੋਹਣ ਨਾ ਦੇਣ, ਆਪਣੇ ਗੁਆਂਢੀਆਂ ਨੂੰ ਤਰੱਕੀਆਂ ਕਰਦਿਆਂ ਦੇਖ ਕੇ ਤੀਰ ਨਾ ਮਾਰਦੇ ਹੋਣ, ਭਾਵ ਸੜਦੇ ਨਾ ਹੋਣ, ਅਤੇ ਉਹਨਾਂ ਦੀ ਤਰੱਕੀ ਨੂੰ ਦੇਖ ਕੇ ਖੁਸ਼ ਹੁੰਦੇ ਹੋਣ, ਜ਼ੁਲਮ ਨੂੰ ਸਹਿਣਾ ਜਿਨ੍ਹਾਂ ਦੀ ਸੋਚ ਦੇ ਅਨੁਸਾਰ ਪਾਪ ਹੁੰਦਾ ਹੋਵੇ ਅਤੇ ਦੂਸਰਿਆਂ ਉੱਪਰ ਜ਼ੁਲਮ ਕਰਨ ਨੂੰ ਜੋ ਪਾਪ ਕਹਿੰਦੇ ਹੋਣ, ਉਹ ਦੇਸ਼ ਮਹਾਨ ਹੁੰਦਾ ਹੈ। ਹਰ ਦਿਲ ਵਿੱਚ ਹੋਵੇ ਮਾਨਵ ਸ਼ਕਤੀ ਦਾ ਰੂਪ, ਇੱਕ ਬੱਚੇ ਵਿੱਚ ਨਜ਼ਰ ਨਾ ਆਏ ਕੋਹਜ ਕਰੂਪ, ਹਰ ਇੱਕ ਵਾਸੀ ਆਏ ਹੱਸਦਾ ਨਜ਼ਰ ਅਰੋਗ, ਉਸ ਧਰਤੀ ਦਾ ਏ ਹਰ ਜਰਾ ਪੂਜਨ ਯੋਗ, ਜਿਸ ਥਾਂ ਦੇਸ਼ ਵਿਰੋਧੀ ਇੱਕ ਨਹੀਂ ਇਨਸਾਨ, ਧਰਤੀ ਮਾਤਾ ਨੂੰ ਜੋ ਪੂਜਣ ਰੱਬ ਸਮਾਨ, ਉਹ ਹੈ ਦੇਸ਼ ਮਹਾਨ। ਮਾਨਵ ਸ਼ਬਦ ਦਾ ਅਰਥ ਹੈ ਮਨੁੱਖ। ਸ਼ਕਤੀ ਸ਼ਬਦ ਦਾ ਅਰਥ ਹੈ ਤਾਕਤ। ਕੋਝ ਕਰੂਪ ਭਾਵ ਭੈੜਾ ਰੂਪ। ਅਰੋਗ ਸ਼ਬਦ ਦਾ ਅਰਥ ਹੈ ਕਿਸੇ ਰੋਗ ਦੇ ਬਿਨਾਂ। ਜਰਾ ਸ਼ਬਦ ਦਾ ਅਰਥ ਹੈ ਕਣ। ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਹਰ ਦਿਲ ਵਿੱਚ ਮਨੁੱਖੀ ਸ਼ਕਤੀ ਦਾ ਰੂਪ ਹੋਵੇ ਅਤੇ ਕਿਸੇ ਵੀ ਬੱਚੇ ਦੇ ਵਿੱਚ ਕੋਈ ਕੋਹਜ ਜਾਂ ਕਰੂਪਤਾ ਨਜ਼ਰ ਨਾ ਆਵੇ, ਭਾਵ ਸਾਰੇ ਹੀ ਦੇਸ਼ ਵਾਸੀ ਤੰਦਰੁਸਤ ਹੋਣ। ਜਿਸ ਦੇਸ਼ ਦੇ ਵਿੱਚ ਉਸ ਦਾ ਹਰ ਕੋਈ ਵਾਸੀ ਹੱਸਦਾ ਹੋਇਆ ਅਤੇ ਨਿਰੋਗ ਨਜ਼ਰ ਆਏ, ਉਸ ਧਰਤੀ ਦਾ ਕਣ ਕਣ ਪੂਜਣਯੋਗ ਹੈ। ਉਹ ਸਥਾਨ ਜਿੱਥੇ ਕੋਈ ਵੀ ਆਦਮੀ ਦੇਸ਼ ਵਿਰੋਧੀ ਨਹੀਂ, ਸਗੋਂ ਸਾਰੇ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲੇ ਹਨ ਅਤੇ ਧਰਤੀ ਮਾਤਾ ਨੂੰ ਰੱਬ ਦੇ ਸਮਾਨ ਪੂਜਦੇ ਹਨ, ਉਹ ਦੇਸ਼ ਮਹਾਨ ਹੈ। ਇਹ ਸੀ
ਬਾਵਾ ਬਲਵੰਤ ਜੀ ਦੀ ਦੂਸਰੀ ਕਵਿਤਾ ਦੇਸ। ਹੁਣ ਅਸੀਂ ਬਾਵਾ ਬਲਵੰਤ ਜੀ ਦੀਆਂ ਕਵਿਤਾਵਾਂ ਦੇ ਵਿੱਚੋਂ ਕੁਝ ਵਸਤੂਨਿਸ਼ਟ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਬਾਵਾ ਬਲਵੰਤ ਦੀ ਕਿਸੇ ਇੱਕ ਕਵਿਤਾ ਦਾ ਨਾਂ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਦੇਸ ਕਵਿਤਾ ਬਾਵਾ ਬਲਵੰਤ ਦੀ ਲਿਖੀ ਹੋਈ ਹੈ। ਦੂਸਰਾ ਪ੍ਰਸ਼ਨ ਹੈ, ਕਵੀ ਕੋਸ਼ਿਸ਼ 'ਚ ਹਾਂ ਕਵਿਤਾ ਵਿੱਚ ਕਿਸ ਪਾਸੇ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਲਕਸ਼ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਜ਼ਿੰਦਗੀ ਦੀ ਕਿਹੜੀ ਚੀਜ਼ ਉੱਤੇ ਰੋਸ਼ਨੀ ਪਾਉਣ ਲਈ ਕੋਸ਼ਿਸ਼ 'ਚ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਕਵੀ ਜ਼ਿੰਦਗੀ ਦੇ ਪਹਿਲੂਆਂ 'ਤੇ ਰੋਸ਼ਨੀ ਪਾਉਣ ਲਈ ਕੋਸ਼ਿਸ਼ 'ਚ ਹੈ। ਅਗਲਾ ਪ੍ਰਸ਼ਨ ਹੈ, ਕਵੀ ਕਿਸ ਨੂੰ ਪਾਉਣ ਲਈ ਦਰ-ਦਰ ਠੋਕਰਾਂ ਖਾਂਦਾ ਫਿਰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਕਵੀ ਜ਼ਿੰਦਗੀ ਨੂੰ ਪਾਉਣ ਲਈ ਦਰ-ਦਰ ਠੋਕਰਾਂ ਖਾਂਦਾ ਫਿਰਦਾ ਹੈ। ਅਗਲਾ ਪ੍ਰਸ਼ਨ ਹੈ, ਕਵੀ ਕਿਹੋ ਜਿਹੇ ਦੀਵਾਨ ਦੀ ਕੋਸ਼ਿਸ਼ ਵਿੱਚ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਜਿਸ ਵਿੱਚ ਮਨੁੱਖਤਾ ਦਾ ਅਸਰ ਆ ਜਾਵੇ। ਅਗਲਾ ਪ੍ਰਸ਼ਨ ਹੈ, ਆਦਮੀ ਕਿਸ ਦੇ ਪੁਤਲੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ ਆਦਮੀ ਹੁਨਰ ਅਤੇ ਸਿਹਤ ਦੇ ਪੁਤਲੇ ਹਨ। ਅਗਲਾ ਪ੍ਰਸ਼ਨ ਹੈ, ਕਿਸਾਨ ਨੇ ਕਲਰਾਂ ਦੀ ਤਸਵੀਰ ਕਿਸ ਤਰ੍ਹਾਂ ਬਦਲੀ। ਇਸ ਪ੍ਰਸ਼ਨ ਦਾ ਉੱਤਰ ਹੈ ਹਲ ਵਾਹ ਕੇ। ਅਗਲਾ ਪ੍ਰਸ਼ਨ ਹੈ, ਘਰ ਅੰਦਰੋਂ ਬਾਹਰੋਂ ਸਾਫ਼ ਹੋ ਕੇ ਕਿਸ ਤਰ੍ਹਾਂ ਦੇ ਲੱਗਣੇ ਚਾਹੀਦੇ ਹਨ। ਇਸ ਪ੍ਰਸ਼ਨ ਦਾ ਉੱਤਰ ਹੈ ਹੀਰੇ ਵਰਗੇ ਲੱਗਣੇ ਚਾਹੀਦੇ ਹਨ। ਅਗਲਾ ਪ੍ਰਸ਼ਨ ਹੈ, ਕਵਿਤਾ ਦੇਸ ਵਿੱਚ ਕਵੀ ਹਰ ਦਿਲ ਵਿੱਚ ਕੀ ਦੇਖਣਾ ਚਾਹੁੰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਕਵੀ ਹਰ ਦਿਲ ਵਿੱਚ ਮਾਨਵ ਸ਼ਕਤੀ ਦਾ ਰੂਪ ਦੇਖਣਾ ਚਾਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਕਵਿਤਾ ਦੇਸ ਦੇ ਵਿੱਚ ਕਿਸ ਧਰਤੀ ਦਾ ਜਰਾ ਜਰਾ ਪੂਜਣਯੋਗ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਜਿੱਥੇ ਦੇਸ ਵਿਰੋਧੀ ਕੋਈ ਵੀ ਇਨਸਾਨ ਨਹੀਂ। ਹੁਣ ਅਸੀਂ ਬਾਵਾ ਬਲਵੰਤ ਜੀ ਦੀਆਂ ਕਵਿਤਾਵਾਂ ਦੇ ਵਿੱਚੋਂ ਕੁਝ ਅਭਿਆਸੀ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਜ਼ਿੰਦਗੀ ਦੇ ਹਰ ਪੱਖ ਨੂੰ ਰੌਸ਼ਨ ਕਰਨ ਲਈ ਕਵੀ ਕੀ ਕੋਸ਼ਿਸ਼ ਕਰ ਰਿਹਾ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਜ਼ਿੰਦਗੀ ਦੇ ਹਰ ਪੱਖ ਨੂੰ ਰੌਸ਼ਨ ਕਰਨ ਲਈ ਕਵੀ ਇਨਸਾਨ ਦੀ ਸੋਚ ਨੂੰ ਪੁਰਾਣੇ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਸਾਰੀ ਮਨੁੱਖਤਾ ਇੱਕ ਮੁੱਠ ਹੋ ਕੇ ਅਤੇ ਨਫ਼ਰਤਾਂ ਭੁੱਲ ਕੇ ਇੱਕ ਦੂਸਰੇ ਨੂੰ ਗਲੇ ਨਾਲ ਲਗਾ ਲਵੇ। ਅਗਲਾ ਪ੍ਰਸ਼ਨ ਹੈ, ਕੋਸ਼ਿਸ਼ 'ਚ ਹਾਂ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਇਸ ਕਵਿਤਾ ਵਿੱਚ ਆਪਣੇ ਨਿਸ਼ਾਨੇ ਵੱਲ ਇੱਕ ਨਵੇਂ ਢੰਗ ਨਾਲ ਜਾਣ ਦਾ ਇਸ਼ਾਰਾ ਕੀਤਾ ਗਿਆ ਹੈ, ਜਿਸ ਵਿੱਚ ਨਵਾਂ ਇਨਸਾਨ ਪੁਰਾਣੇ ਸਾਰੇ ਵਹਿਮ ਭਰਮ ਨਫ਼ਰਤਾਂ ਭੁਲਾ ਕੇ ਇੱਕ ਚੰਗਾ ਤੇ ਵਧੀਆ ਆਦਮੀ ਬਣ ਸਕੇ। ਅਗਲਾ ਪ੍ਰਸ਼ਨ ਹੈ, ਦੇਸ ਕਵਿਤਾ ਦਾ ਕੇਂਦਰੀ ਭਾਵ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਜਿਹੜੇ ਦੇਸ ਦੇ ਕਿਸਾਨ ਖੇਤਾਂ ਵਿੱਚ ਮਿਹਨਤ ਕਰਕੇ ਅਤੇ ਜਵਾਨ ਰਾਖੇ ਦੇਸ਼ ਦੀ ਰਾਖੀ ਕਰਦਿਆਂ ਹੋਇਆਂ ਆਪ ਤਰੱਕੀ ਕਰਦੇ ਹਨ ਅਤੇ ਦੂਸਰਿਆਂ ਦੀ ਤਰੱਕੀ ਵੱਲ ਦੇਖ ਕੇ ਸੜਦੇ ਨਹੀਂ, ਨਾ ਕਿਸੇ ਦਾ ਹੱਕ ਖੋਹਦੇ ਹਨ ਅਤੇ ਨਾ ਕਿਸੇ ਦਾ ਹੱਕ ਰੱਖਦੇ ਹਨ। ਅਜਿਹਾ ਦੇਸ਼ ਸਵਰਗ ਦੇ ਸਮਾਨ ਮਹਾਨ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਦੇਸ ਨਾਮੀ ਕਵਿਤਾ ਵਿੱਚ ਕਵੀ ਨੇ ਇੱਕ ਮਹਾਨ ਦੇਸ਼ ਦੇ ਕਿਹੜੇ-ਕਿਹੜੇ ਗੁਣ ਦੱਸੇ ਹਨ।
ਇਸ ਪ੍ਰਸ਼ਨ ਦਾ ਉੱਤਰ ਹੈ ਦੇਸ਼ ਕਵਿਤਾ ਵਿੱਚ ਕਵੀ ਬਾਵਾ ਬਲਵੰਤ ਕਹਿੰਦੇ ਹਨ ਕਿ ਉਹ ਦੇਸ਼ ਜਿਸ ਦੇ ਕਿਸਾਨ ਮਿਹਨਤੀ ਅਤੇ ਬੰਜਰ ਉਜਾੜਾਂ ਵਿੱਚ ਫਸਲਾਂ ਉਗਾਉਣਾ ਜਾਣਦੇ ਹਨ, ਉਹ ਲੋਕ ਜੋ ਦੂਸਰੇ ਦੀ ਗਲਤੀ ਨੂੰ ਮੁਆਫ ਕਰਨਾ ਜਾਣਦੇ ਹਨ, ਜਿਸ ਦੇਸ਼ ਦੀ ਅਣਖ ਆਪਣਾ ਆਪ ਸੰਭਾਲ ਕੇ ਤੁਰਦੀ ਹੈ ਅਤੇ ਜਿੱਥੋਂ ਦੇ ਲੋਕ ਨਾ ਕਿਸੇ ਦਾ ਹੱਕ ਰੱਖਦੇ ਹਨ ਅਤੇ ਨਾ ਆਪਣਾ ਹੱਕ ਕਿਸੇ ਨੂੰ ਖੋਣ ਦਿੰਦੇ ਹਨ, ਅਜਿਹਾ ਦੇਸ਼ ਮਹਾਨ ਹੁੰਦਾ ਹੈ। ਇਹ ਸਨ 9ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਕਾਵਿ ਦੇ ਕਵੀ ਬਾਵਾ ਬਲਵੰਤ ਦੀਆਂ 2 ਕਵਿਤਾਵਾਂ। ਪਹਿਲੀ ਕਵਿਤਾ ਕੋਸ਼ਿਸ਼ 'ਚ ਹਾਂ। ਇਸ ਕਵਿਤਾ ਵਿੱਚ ਆਪਣੇ ਨਿਸ਼ਾਨੇ ਵੱਲ ਇੱਕ ਨਵੇਂ ਢੰਗ ਨਾਲ ਜਾਣ ਦਾ ਇਸ਼ਾਰਾ ਕੀਤਾ ਗਿਆ ਹੈ। ਦੂਸਰੀ ਕਵਿਤਾ ਦਾ ਨਾਂ ਹੈ ਦੇਸ਼। ਇਸ ਕਵਿਤਾ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਦੇਸ਼ ਦੇ ਕਿਸਾਨ ਖੇਤਾਂ ਵਿੱਚ ਮਿਹਨਤ ਕਰਕੇ ਅਤੇ ਜਵਾਨ ਰਾਖੇ ਦੇਸ਼ ਦੀ ਰਾਖੀ ਕਰਦਿਆਂ ਹੋਇਆਂ ਤਰੱਕੀ ਕਰਦੇ ਹਨ, ਅਜਿਹਾ ਦੇਸ਼ ਸਵਰਗ ਦੇ ਸਮਾਨ ਮਹਾਨ ਹੁੰਦਾ ਹੈ। ਧੰਨਵਾਦ।